ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਪੰਜਾਬੀ ਦੀ ਔਨਲਾਈਨ ਜਮਾਤ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਆਪ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਪਰਮਾਤਮਾ ਕਰੇ ਇਹ ਸਾਲ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਅਤੇ ਖੇੜੇ ਲੈ ਕੇ ਆਵੇ। ਬੱਚਿਓ, ਛੁੱਟੀਆਂ ਤੋਂ ਪਹਿਲਾਂ ਅਸੀਂ 3 ਪਾਠ ਪੜ੍ਹੇ ਸੀ ਅਤੇ ਅੱਜ ਅਸੀਂ ਚੌਥਾ ਪਾਠ ਪੜ੍ਹਨ ਜਾ ਰਹੇ ਹਾਂ, ਜਿਸ ਦਾ ਨਾਂ ਹੈ ਸੱਚਾ ਨਿਆਂ। ਬੱਚੋ, ਸੱਚਾ ਨਿਆਂ ਕੀ ਹੈ? ਇੱਕ ਰਾਜੇ ਦਾ ਕੀ ਫਰਜ਼ ਹੈ ਕਿ ਉਹ ਆਪਣੀ ਪ੍ਰਜਾ ਨਾਲ ਸੱਚਾ ਨਿਆਂ ਕਰੇ, ਨਿਰਪੱਖ ਹੋ ਕੇ ਫੈਸਲਾ ਕਰੇ। ਅਤੇ ਹਮੇਸ਼ਾ ਇਹ ਵੀ ਯਾਦ ਰੱਖਣਾ ਕਿ ਬਦੀ ਦੀ ਹਮੇਸ਼ਾ ਹਾਰ ਹੁੰਦੀ ਹੈ। ਬਦੀ, ਬੁਰਾਈ, ਝੂਠ, ਇਸ ਦੀ ਹਮੇਸ਼ਾ ਹਾਰ ਹੁੰਦੀ ਹੈ ਅਤੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਸ ਲਈ ਹਮੇਸ਼ਾ ਸੱਚ ਦੀ ਰਾਹ ਉੱਤੇ ਚੱਲਣ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਸਾਨੂੰ ਪਖੰਡ, ਫਰੇਬ ਆਦਿ ਤੋਂ ਦੂਰ ਰਹਿਣਾ ਚਾਹੀਦਾ ਹੈ। ਅਤੇ ਪਖੰਡ ਕਦੇ ਵੀ ਛਿਪਿਆ ਨਹੀਂ ਰਹਿ ਸਕਦਾ। ਕੋਈ ਕਿੰਨੇ ਵੀ ਪਖੰਡ ਰਚ ਲਵੇ, ਝੂਠ ਬੋਲ ਲਵੇ, ਪਰ ਆਖਰ ਸੱਚ ਸਾਹਮਣੇ ਆ ਹੀ ਜਾਂਦਾ ਹੈ। ਸੋ ਬੱਚਿਓ, ਅੱਜ ਅਸੀਂ ਇਹ ਪਾਠ ਪੜ੍ਹਨ ਜਾ ਰਹੇ ਹਾਂ। ਧਿਆਨ ਨਾਲ ਤੁਸੀਂ ਇਸ ਪਾਠ ਨੂੰ ਸੁਣਨਾ ਹੈ, ਜੋ ਕਿ ਇੱਕ ਇਕਾਂਗੀ ਦੇ ਰੂਪ ਵਿੱਚ ਹੈ। ਇੱਕ ਰਾਜੇ ਦਾ ਦਰਬਾਰ। ਰਾਜਾ ਆਪਣੇ ਤਖਤ ਉੱਤੇ ਬੈਠਾ ਹੈ। ਤਖਤ ਕੀ ਹੈ? ਸਿੰਘਾਸਨ। ਉਸ ਦੇ ਪਿੱਛੇ ਸੇਵਾਦਾਰ ਖੜ੍ਹਾ ਹੈ ਅਤੇ ਉਸ ਨੂੰ ਪੱਖਾ ਚੱਲ ਰਿਹਾ ਹੈ। ਤੁਸੀਂ ਦੇਖਿਆ ਹੋਏਗਾ ਕਿ ਕਿਸੇ ਵੀ ਰਾਜੇ ਦਾ ਦਰਬਾਰ ਹੈ, ਉਸ ਵਿੱਚ ਸੇਵਾਦਾਰ ਪੱਖਾ ਚੱਲ ਰਿਹਾ ਹੁੰਦਾ ਹੈ। ਰਾਜੇ ਦੇ ਅੱਗੇ ਉਸ ਦਾ ਇੱਕ ਮੰਤਰੀ ਬੈਠਾ ਹੈ। ਮੰਤਰੀ ਕੀ ਹੈ? ਵਜ਼ੀਰ, ਮਨਿਸਟਰ ਬੈਠਾ ਹੈ। ਇਨਸਾਫ ਮੰਗਣ ਵਾਲੇ ਲਈ ਬਾਹਰ ਲਟਕਾਈ ਘੰਟੀ ਖੜਕਦੀ ਹੈ। ਹੁਣ ਰਾਜੇ ਨੇ ਆਪਣੇ ਮਹਿਲ ਦੇ ਬਾਹਰ ਇੱਕ ਘੰਟੀ ਲਗਾਈ ਹੈ ਤਾਂ ਕਿ ਜਿਹੜਾ ਵੀ ਫਰਿਆਦੀ ਆਵੇ ਉਸ ਘੰਟੀ ਨੂੰ ਵਜਾਏ ਅਤੇ ਉਹਨਾਂ ਨੂੰ ਪਤਾ ਲੱਗ ਜਾਏ। ਤਾਂ ਇਸ ਤਰ੍ਹਾਂ ਇੱਕ ਫਰਿਆਦੀ ਨੇ ਆ ਕੇ ਘੰਟੀ ਵਜਾਈ। ਮੰਤਰੀ: ਸਰਕਾਰ, ਘੰਟੀ ਵੱਜੀ ਹੈ, ਸ਼ਾਇਦ ਕੋਈ ਫਰਿਆਦੀ ਆਇਆ ਹੈ। ਫਰਿਆਦੀ ਦਾ ਅਰਥ ਹੈ ਬੇਨਤੀ ਕਰਨ ਵਾਲਾ, ਕਿ ਬਾਹਰ ਕੋਈ ਆਇਆ ਹੈ। ਰਾਜਾ: ਲੱਗਦਾ ਤਾਂ ਇਉਂ ਹੀ ਹੈ, ਬੁਲਾਓ ਉਸ ਨੂੰ। ਮੰਤਰੀ: ਬਹੁਤ ਅੱਛਾ ਹਜ਼ੂਰ। ਇੱਕ ਸੇਵਾਦਾਰ ਬਾਹਰੋਂ ਆਉਂਦਾ ਹੈ। ਸੇਵਾਦਾਰ ਝੁੱਕ ਕੇ ਪ੍ਰਣਾਮ ਕਰਦਾ ਹੋਇਆ: ਹਜ਼ੂਰ। ਉਸਨੇ ਕੀ ਕਿਹਾ? ਹਜ਼ੂਰ, ਇੱਕ ਵਪਾਰੀ ਨੇ ਘੰਟੀ ਵਜਾਈ ਹੈ, ਉਹ ਆਪ ਨੂੰ ਬੇਨਤੀ ਕਰਨਾ ਚਾਹੁੰਦਾ ਹੈ। ਰਾਜੇ ਨੇ ਕਿਹਾ: ਬੁਲਾਓ ਉਸ ਨੂੰ। ਸੇਵਾਦਾਰ ਝੁੱਕ ਕੇ ਪ੍ਰਣਾਮ ਕਰਦਾ ਹੋਇਆ: ਅੱਛਾ ਹਜ਼ੂਰ। ਸੇਵਾਦਾਰ ਇੱਕ ਵਪਾਰੀ ਨੂੰ ਲੈ ਕੇ ਅੰਦਰ ਆਉਂਦਾ ਹੈ, ਉਹ ਵੀ ਝੁੱਕ ਕੇ ਪ੍ਰਣਾਮ ਕਰਦਾ ਹੈ। ਤੁਸੀਂ ਦੇਖਿਆ ਹੋਏਗਾ ਕਿ ਜਿਹੜਾ ਵੀ ਰਾਜੇ ਦੇ ਦਰਬਾਰ ਵਿੱਚ ਆਉਂਦਾ ਹੈ, ਉਹ ਰਾਜੇ ਨੂੰ ਝੁੱਕ ਕੇ ਪ੍ਰਣਾਮ ਕਰਦਾ ਹੈ ਅਤੇ ਵਪਾਰੀ ਨੇ ਵੀ ਝੁੱਕ ਕੇ ਪ੍ਰਣਾਮ ਕੀਤਾ। ਰਾਜਾ: ਘੰਟੀ ਤੂੰ ਵਜਾਈ ਹੈ? ਵਪਾਰੀ: ਜੀ ਹਜ਼ੂਰ। ਰਾਜਾ: ਕੀ ਗੱਲ ਹੈ? ਵਪਾਰੀ: ਮਾਈ ਬਾਪ, ਮੈਂ ਆਪ ਜੀ ਦੇ ਨਾਲ ਲੱਗਦੇ ਪ੍ਰਾਂਤ ਵਿੱਚ ਰਹਿੰਦਾ ਹਾਂ। ਪ੍ਰਾਂਤ ਦਾ ਅਰਥ ਹੈ ਸੂਬਾ, ਸਟੇਟ ਜਿਹਨੂੰ ਕਹਿ ਸਕਦੇ ਹੋ। ਕਹਿੰਦਾ ਮੈਂ ਨਾਲ ਦੇ ਪ੍ਰਾਂਤ ਵਿੱਚ ਰਹਿੰਦਾ ਹਾਂ। ਉੱਥੋਂ ਦਾ ਰਾਜਾ ਬੜਾ ਵੱਢੀਖੋਰ ਹੈ। ਵੱਢੀਖੋਰ ਦਾ ਅਰਥ ਹੈ ਰਿਸ਼ਵਤਖੋਰ ਹੈ। ਉੱਥੋਂ ਦੇ ਕਰਮਚਾਰੀ, ਕਰਮਚਾਰੀ ਦਾ ਅਰਥ ਹੈ ਮੁਲਾਜ਼ਮ, ਉੱਥੋਂ ਦੇ ਕਰਮਚਾਰੀ ਬਹੁਤ ਖਰਾਬ ਹਨ। ਮੈਨੂੰ ਬਹੁਤ ਤੰਗ ਕਰਦੇ ਸਨ। ਮੇਰੇ ਹਰ ਸੌਦੇ ਵਿੱਚੋਂ ਆਪਣਾ ਹਿੱਸਾ ਮੰਗਦੇ ਸਨ। ਜਿਵੇਂ ਜਿਵੇਂ ਮੈਂ ਉਹਨਾਂ ਨੂੰ ਦੇਈ ਗਿਆ, ਉਹਨਾਂ ਦੀ ਭੁੱਖ ਹੋਰ ਵੱਧੇਗੀ। ਕਹਿੰਦਾ ਕਿ ਉਹਨਾਂ ਦਾ ਲਾਲਚ ਵੱਧਦਾ ਗਿਆ। ਜਿਵੇਂ ਜਿਵੇਂ ਮੈਂ ਉਹਨਾਂ ਨੂੰ ਪੈਸੇ ਦਿੰਦਾ ਗਿਆ, ਉਹਨਾਂ ਦਾ ਲਾਲਚ ਜਿਹੜਾ ਸੀ ਉਹ ਵੱਧਦਾ ਗਿਆ। ਮੈਂ ਬਹੁਤ ਤੰਗ ਪੈ ਗਿਆ। ਮੈਂ ਉਹ ਦੇਸ਼ ਛੱਡਣ ਦਾ ਫੈਸਲਾ ਕਰ ਲਿਆ, ਨਿਰਣਾ ਕਰ ਲਿਆ, ਡਿਸੀਜ਼ਨ ਲੈ ਲਿਆ। ਉਸ ਰਾਜੇ ਦਾ ਹੁਕਮ ਹੈ ਕਿ ਉਸ ਦੇ ਰਾਜ ਵਿੱਚੋਂ ਕੋਈ ਆਪਣੀ ਚੀਜ਼ ਬਾਹਰ ਨਹੀਂ ਲਿਜਾ ਸਕਦਾ। ਹੁਣ ਉਸ ਰਾਜੇ ਦਾ ਕੀ ਹੁਕਮ ਹੈ ਕਿ ਕੋਈ ਵੀ ਬੰਦਾ ਉਸ ਦੇ ਰਾਜ ਵਿੱਚੋਂ ਕੋਈ ਵੀ ਚੀਜ਼ ਬਾਹਰ ਨਹੀਂ ਲੈ ਕੇ ਜਾ ਸਕਦਾ। ਰਾਜਾ: ਇਹ ਤਾਂ ਬਹੁਤ ਵਧੀਕੀ ਹੈ। ਵਧੀਕੀ ਹੈ ਮਤਲਬ ਇਹ ਸਰਾਸਰ ਗਲਤ ਹੈ। ਆਪਣੀ ਚੀਜ਼ ਜਿੱਥੇ ਕੋਈ ਮਰਜ਼ੀ ਲੈ ਕੇ ਜਾਵੇ। ਰਾਜੇ ਦਾ ਇਸ ਵਿੱਚ ਦਖਲ ਦੇਣਾ ਸ਼ੋਭਦਾ ਨਹੀਂ, ਚੰਗਾ ਨਹੀਂ ਲੱਗਦਾ। ਫਿਰ ਰਾਜੇ ਨੂੰ ਬਿਲਕੁਲ ਚੰਗਾ ਨਹੀਂ ਲੱਗਿਆ ਕਿ ਉਸ ਰਾਜੇ ਨੇ ਇਸ ਤਰ੍ਹਾਂ ਕਿਉਂ ਕਿਹਾ ਕਿ ਕੋਈ ਵੀ ਬੰਦਾ ਕੋਈ ਵੀ ਚੀਜ਼ ਬਾਹਰ ਲੈ ਕੇ, ਰਾਜ ਤੋਂ ਬਾਹਰ ਲੈ ਕੇ ਨਹੀਂ ਜਾ ਸਕਦਾ। ਉਸਨੇ ਕਿਹਾ ਕਿ ਹਰ ਕਿਸੇ ਨੂੰ ਹੱਕ ਹੈ ਕਿ ਆਪਣੀ ਚੀਜ਼ ਜਿੱਥੇ ਮਰਜ਼ੀ ਲੈ ਕੇ ਜਾਵੇ। ਵਪਾਰੀ: ਮੈਨੂੰ ਕੋਈ ਰਾਹ ਨਾ ਲੱਭਾ। ਅੰਤ ਮੈਂ ਉੱਥੋਂ ਦੇ ਇੱਕ ਪ੍ਰਸਿੱਧ ਸਾਈਂ ਨੂੰ ਮਿਲਿਆ। ਪ੍ਰਸਿੱਧ, ਮਸ਼ਹੂਰ ਸਾਈਂ ਜਾਂ ਰੱਬ ਨੂੰ ਮੰਨਣ ਵਾਲਾ ਸਾਈਂ ਕਹਿੰਦੇ ਪਰਮਾਤਮਾ ਨੂੰ ਕਿਹਾ ਜਾਂਦਾ ਹੈ। ਤਾਂ ਸਾਈਂ ਜਿਹੜਾ ਪਰਮਾਤਮਾ ਨੂੰ ਮੰਨਦਾ ਹੋਵੇ, ਉਸ ਦਾ ਨਾਂ ਕੋਈ ਨਹੀਂ ਸੀ ਜਾਣਦਾ। ਉਹ ਬੜਾ ਧਰਮੀ ਬੰਦਾ ਸੀ, ਧਰਮ ਨੂੰ ਮੰਨਣ ਵਾਲਾ। ਉਸ ਕੋਲ ਬਹੁਤ ਸੁੰਦਰ ਘੋੜਾ ਸੀ। ਘੋੜੇ 'ਤੇ
ਘੋੜੇ ਉੱਤੇ ਹੀ ਉਹ ਮੰਦਰਾਂ ਤੇ ਤੀਰਥਾਂ ਦੀ ਯਾਤਰਾ ਕਰਦਾ ਸੀ, ਸਫ਼ਰ ਕਰਦਾ ਸੀ। ਉਸਦਾ ਪੂਰੇ ਮਨ ਨਾਲ ਉਹ ਸਿਰਫ ਰੱਬ ਦੀ ਬੰਦਗੀ ਹੀ ਕਰਦਾ ਸੀ। ਮੈਂ ਉਸਨੂੰ ਬੇਨਤੀ ਕੀਤੀ, ਫਰਿਆਦ ਕੀਤੀ। ਰਾਜਾ, ਤੂੰ ਉਸਨੂੰ ਕੀ ਕਿਹਾ? ਵਪਾਰੀ, ਮੈਂ ਉਸਨੂੰ ਕਿਹਾ, ਸਾਈਂ ਜੀ, ਆਪ ਜੀ ਨੂੰ ਕਿਸੇ ਨੇ ਨਹੀਂ ਰੋਕਣਾ। ਤੁਸੀਂ ਮੇਰਾ ਕੀਮਤੀ ਸਮਾਨ ਇੱਥੋਂ ਲਾਗਲੇ ਦੇਸ਼ ਪਹੁੰਚਾ ਦਿਓ। ਲਾਗਲੇ ਮਤਲਬ ਨਾਲ ਦੇ। ਲਾਗਲੇ ਦੇਸ਼ ਪਹੁੰਚਾ ਦਿਓ, ਮੈਂ ਤੁਹਾਨੂੰ 100 ਮੋਹਰਾਂ ਦਿਆਂਗਾ। ਉਹ ਮੰਨ ਗਿਆ। ਮੈਂ ਆਪਣਾ ਸਾਰਾ ਸੋਨਾ, ਹੀਰੇ, ਮੋਹਰਾਂ ਅਤੇ ਸਭ ਗਹਿਣੇ ਉਸਨੂੰ ਦੇ ਦਿੱਤੇ। ਹੁਣ ਵਪਾਰੀ ਨੇ ਰਾਜੇ ਨੂੰ ਦੱਸਿਆ ਕਿ ਮੈਂ ਉਸਨੂੰ 100 ਮੋਹਰਾਂ ਦੇਣ ਲਈ ਕਿਹਾ ਅਤੇ ਆਪਣੇ ਸਾਰਾ ਸੋਨਾ, ਹੀਰੇ, ਮੋਹਰਾਂ ਸਭ ਗਹਿਣੇ ਉਸਨੂੰ ਦੇ ਦਿੱਤੇ। ਰਾਜਾ, ਕੀ ਉਹ ਇੱਥੇ ਲੈ ਕੇ ਆ ਗਿਆ ਹੈ? ਵਪਾਰੀ, ਜੀ, ਉਹ ਸਭ ਕੁਝ ਇੱਥੇ ਲੈ ਕੇ ਆ ਗਿਆ ਹੈ, ਪਰ ਹੁਣ ਉਹ ਮੁੱਕਰ ਗਿਆ ਹੈ। ਮੁੱਕਰਨਾ, ਮੰਨਣ ਤੋਂ ਇਨਕਾਰ ਕਰ ਦੇਣਾ। ਉਸਨੇ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤੀ ਹੈ ਕਿ ਮੇਰੇ ਕੋਲ ਤਾਂ ਕੋਈ ਸੋਨਾ ਨਹੀਂ ਹੈ, ਕੋਈ ਗਹਿਣੇ ਨਹੀਂ ਹੈ। ਉਹ ਇਸ ਗੱਲ ਤੋਂ ਮੁੱਕਰ ਗਿਆ ਹੈ। ਰਾਜਾ, ਸਾਈਂ ਵੀ ਮੁੱਕਰ ਜਾਂਦੇ ਨੇ? ਰਾਜਾ ਬੜਾ ਹੈਰਾਨ ਹੋ ਰਿਹਾ ਕਿ ਰੱਬ ਨੂੰ ਮੰਨਣ ਵਾਲੇ ਬੰਦੇ ਵੀ ਮੁੱਕਰ ਜਾਂਦੇ ਨੇ, ਇਨਕਾਰ ਕਰ ਦਿੰਦੇ ਨੇ। ਵਪਾਰੀ, ਜੀ, ਉਸਨੇ ਮੇਰੇ ਨਾਲ ਠੱਗੀ ਕੀਤੀ ਹੈ। ਠੱਗੀ ਦਾ ਅਰਥ ਹੈ ਧੋਖਾ, ਕਿ ਉਸਨੇ ਮੇਰੇ ਨਾਲ ਧੋਖਾ ਕੀਤਾ ਹੈ। ਰਾਜਾ, ਕਿਵੇਂ? ਵਪਾਰੀ, ਉਸਨੇ ਆਪਣਾ ਸਿਰ ਮੂੰਹ ਮੁਨਾ ਲਿਆ ਹੈ। ਸਿਰ ਮੂੰਹ ਮੁਨਾ ਲਿਆ ਦਾ ਅਰਥ ਹੈ ਉਸਨੇ ਆਪਣੇ ਸਾਰੇ ਵਾਲ ਕਟਵਾ ਲਏ ਹਨ। ਸਿਰ 'ਤੇ ਬੋਦੀ ਰੱਖ ਲਈ ਹੈ ਅਤੇ ਹਿੰਦੂ ਪੰਡਤ ਦਾ ਰੂਪ ਧਾਰ ਲਿਆ। ਕਹਿੰਦੇ ਉਸਨੇ ਸਾਰੇ ਵਾਲ ਕਟਾ ਕੇ ਸਿਰਫ ਇੱਕ ਬੋਦੀ ਰੱਖ ਲਈ ਹੈ ਅਤੇ ਪੰਡਤ ਬਣ ਗਿਆ ਹੈ। ਕਿਸ ਲਈ ਬਣਿਆ ਹੈ? ਲਾਲਚ ਵਿੱਚ ਆ ਕੇ ਕਿ ਸਾਰਾ ਪੈਸਾ ਉਸਨੂੰ ਮਿਲ ਜਾਵੇ। ਮੈਂ ਉਸਨੂੰ 10 ਦਿਨਾਂ ਤੋਂ ਲੱਭ ਰਿਹਾ ਸਾਂ। ਅੱਜ ਕੁਦਰਤੀ ਮੈਂ ਉਸਨੂੰ ਹੀ ਸਾਈਂ ਬਾਰੇ ਪੁੱਛ ਬੈਠਾ। ਉਸਨੇ ਕਿਹਾ, ਮੈਂ ਤਾਂ ਜਾਣਦਾ ਨਹੀਂ, ਪਰ ਮੈਂ ਉਸਨੂੰ ਪਛਾਣ ਲਿਆ। ਰਾਜਾ, ਤੂੰ ਕਿਵੇਂ ਪਛਾਣ ਲਿਆ? ਹੁਣ ਜਿਹੜਾ ਵਪਾਰੀ ਹੈ ਉਹ ਉਹਨੂੰ ਲੱਭ ਰਿਹਾ ਹੈ। ਲੱਭਦਾ ਉਸੇ ਹੀ ਪੰਡਤ ਕੋਲ ਪਹੁੰਚ ਗਿਆ ਜਿਹੜਾ ਸਾਈਂ ਤੋਂ ਪੰਡਤ ਬਣਿਆ ਸੀ। ਉਸਨੂੰ ਹੀ ਪੁੱਛ ਬੈਠਾ। ਉਸਨੇ ਕਿਹਾ ਕਿ ਮੈਂ ਉਸਨੂੰ ਜਾਣਦਾ ਨਹੀਂ, ਪਰ ਵਪਾਰੀ ਨੇ ਉਸ ਪੰਡਤ ਨੂੰ ਜਿਹੜਾ ਸਾਈਂ ਤੋਂ ਪੰਡਤ ਬਣਿਆ ਸੀ ਉਸਨੂੰ ਪਛਾਣ ਲਿਆ ਸੀ। ਵਪਾਰੀ, ਜੀ, ਉਸਨੂੰ ਆਪਣੇ ਸਿਰ 'ਤੇ ਐਵੇਂ ਹੱਥ ਫੇਰਨ ਦੀ ਆਦਤ ਸੀ। ਉਹ ਜਦ ਵੀ ਗੱਲ ਕਰਦਾ ਸੀ ਤਾਂ ਆਪਣੇ ਸਿਰ ਉੱਤੇ ਹੱਥ ਫੇਰਦਾ ਸੀ। ਅੱਜ ਵੀ ਉਹ ਗੱਲਾਂ ਕਰਨ ਸਮੇਂ ਆਪਣੇ ਸਿਰ 'ਤੇ ਹੱਥ ਫੇਰੀ ਜਾ ਰਿਹਾ ਸੀ। ਉਸ ਦੀ ਇਸ ਹਰਕਤ ਤੋਂ ਮੈਂ ਉਸਨੂੰ ਪਛਾਣ ਲਿਆ, ਪਰ ਉਹ ਮੰਨਦਾ ਨਹੀਂ। ਹਜ਼ੂਰ, ਮੇਰੀ ਸਹਾਇਤਾ ਕਰੋ, ਮੇਰੀ ਮਦਦ ਕਰੋ। ਹੁਣ ਵਪਾਰੀ ਨੇ ਉਸਨੂੰ ਪੰਡਤ ਨੂੰ ਪਛਾਣ ਲਿਆ ਕਿ ਤੇ ਉਹੀ ਸਾਈਂ ਹੈ ਜਿਸ ਨੂੰ ਮੈਂ ਪੈਸੇ ਦਿੱਤੇ ਸੀ, ਪਰ ਉਹ ਨਹੀਂ ਮੰਨ ਰਿਹਾ। ਤਾਂ ਉਹ ਰਾਜੇ ਨੂੰ ਕਹਿਣ ਲੱਗਾ ਕਿ ਮੇਰੀ ਮਦਦ ਕਰੋ, ਮੇਰੀ ਸਹਾਇਤਾ ਕਰੋ। ਰਾਜਾ, ਮੰਤਰੀ ਜੀ, ਸੇਵਾਦਾਰ ਨੂੰ ਭੇਜ ਕੇ ਉਸ ਪੰਡਤ ਨੂੰ ਬੁਲਾਓ। ਮੰਤਰੀ, ਬਹੁਤ ਅੱਛਾ ਜੀ। ਮੰਤਰੀ ਸੇਵਾਦਾਰ ਨੂੰ ਆਵਾਜ਼ ਦਿੰਦਾ ਹੈ। ਸੇਵਾਦਾਰ ਆਉਂਦਾ ਹੋਇਆ ਅਤੇ ਪ੍ਰਣਾਮ ਕਰਦਾ ਹੋਇਆ, ਹੁਕਮ ਹਜ਼ੂਰ। ਰਾਜਾ, ਪੰਡਤ ਨੂੰ ਬੁਲਾਓ। ਜੀ, ਕਿਹੜੇ ਪੰਡਤ ਨੂੰ? ਸੇਵਾਦਾਰ ਪੁੱਛਣ ਲੱਗ ਗਿਆ। ਰਾਜਾ, ਇਸ ਵਪਾਰੀ ਨੂੰ ਨਾਲ ਲੈ ਜਾਓ। ਜਿਸ ਨੂੰ ਇਹ ਕਹੇ ਉਸ ਨੂੰ ਦਰਬਾਰ ਵਿੱਚ ਹਾਜ਼ਰ ਕਰੋ। ਆਓ ਸ਼੍ਰੀਮਾਨ ਜੀ। ਦੋਵੇਂ ਜਾਂਦੇ ਹਨ। ਇਸ ਤਰ੍ਹਾਂ ਰਾਜੇ ਨੇ ਸੇਵਾਦਾਰ ਨਾਲ ਉਸ ਵਪਾਰੀ ਨੂੰ ਭੇਜ ਦਿੱਤਾ ਤਾਂ ਕਿ ਉਸ ਪੰਡਤ ਨੂੰ ਪਛਾਣ ਕੇ ਉਸਨੂੰ ਨਾਲ ਲੈ ਕੇ ਆਇਆ ਜਾਵੇ। ਅਤੇ ਬੱਚਿਓ, ਅੱਜ ਅਸੀਂ ਇੱਥੋਂ ਤੱਕ ਹੀ ਪੜ੍ਹਾਂਗੇ। ਬਾਕੀ ਦਾ ਜਿਹੜਾ ਭਾਗ ਹੈ ਅਸੀਂ ਅਗਲੀ ਜਮਾਤ ਵਿੱਚ ਪੜ੍ਹਾਂਗੇ। ਮੈਨੂੰ ਉਮੀਦ ਹੈ ਜਿੰਨਾ ਮੈਂ ਪੜ੍ਹਾਇਆ ਹੈ ਤੁਹਾਨੂੰ ਸਮਝ ਆ ਗਿਆ ਹੋਵੇਗਾ। ਜੇ ਤੁਹਾਡੀ ਕੋਈ ਵੀ ਸ਼ੰਕਾ ਹੋਵੇ ਤੁਸੀਂ WhatsApp ਗਰੁੱਪ 'ਤੇ ਵੀ ਪੁੱਛ ਸਕਦੇ ਹੋ। ਧੰਨਵਾਦ।